ਸਤਿ ਸ਼੍ਰੀ ਅਕਾਲ। ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਵਿਜੇਪਾਲ ਸਿੰਘ ਬਰਾੜ। ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਅਫਗਾਨਿਸਤਾਨ ਤੋਂ ਕੁਝ ਦਿਲ ਦਹਿਲਾਉਣ ਵਾਲੀਆਂ ਤਸਵੀਰਾਂ ਦਿਖਾਉਣੇ ਹਾਂ। ਦਿਲ ਦਹਿਲਾਉਣ ਵਾਲੀ ਖਬਰ ਹੈ ਕਿ ਉੜਦੇ ਜਹਾਜ਼ ਦੇ ਵਿੱਚੋਂ 3 ਲੋਕ ਥੱਲੇ ਡਿੱਗ ਪਏ। ਕੈਮਰੇ ਦੇ ਵਿੱਚ ਇਹ ਤਸਵੀਰਾਂ ਕੈਦ ਹੋ ਗਈਆਂ। ਅਫਗਾਨਿਸਤਾਨ ਤੇ ਜਦੋਂ ਤੋਂ ਤਾਲਿਬਾਨ ਨੇ ਕਬਜ਼ਾ ਕੀਤਾ ਹੈ ਉਦੋਂ ਤੋਂ ਵੱਡੀ ਗਿਣਤੀ ਦੇ ਵਿੱਚ ਲੋਕ ਪਲਾਇਨ ਕਰ ਰਹੇ ਨੇ। ਰੇਲਵੇ ਸਟੇਸ਼ਨਾਂ ਵਰਗੇ ਦ੍ਰਿਸ਼ ਨਜ਼ਰ ਆ ਰਹੇ ਨੇ। ਕਾਬੁਲ 에ਅਰਪੋਰਟ ਤੇ ਇਹ ਤਸਵੀਰਾਂ ਨੇ। ਜਹਾਜ਼ ਦੇ ਵਿੱਚੋਂ 2 ਲੋਕ ਗਿਰੇ ਨੇ। ਹਾਲਾਂਕਿ ਇਹਨਾਂ ਤਸਵੀਰਾਂ ਨੂੰ ਦੇਖ ਕੇ ਸਮਝਣਾ ਬੇहद ਮੁਸ਼ਕਿਲ ਹੈ ਕਿ ਇਹ ਲੋਕ ਜਹਾਜ਼ ਦੇ ਨਾਲ ਲੱਗੇ ਹੋਏ ਸੀ ਜਾਂ ਜਹਾਜ਼ ਦੇ ਅੰਦਰੋਂ ਬਾਰੀ ਚੋਂ ਥੱਲੇ ਡਿੱਗੇ ਨੇ। ਇਹ ਜਿਹੜੇ ਲੋਕਾਂ ਦੇ ਘਰ ਸੀ 에ਅਰਪੋਰਟ ਦੇ ਆਸ-ਪਾਸ, ਉਹਨਾਂ ਘਰਾਂ ਦੀਆਂ ਛੱਤਾਂ ਤੇ ਡਿੱਗੇ ਨੇ ਇਹ ਲੋਕ। ਔਰ ਉਹਨਾਂ ਲੋਕਾਂ ਵੱਲੋਂ ਹੀ ਇਹ ਜਿਹੜੀ ਵੀਡੀਓ ਹੈ ਉਹ ਬਣਾਈ ਗਈ। ਇਹ ਜਾਣਕਾਰੀ ਸਾਂਝੀ ਕੀਤੀ ਗਈ ਮੀਡੀਆ ਦੇ ਨਾਲ ਜਿਨ੍ਹਾਂ ਲੋਕਾਂ ਦੇ ਘਰਾਂ ਤੇ ਇਹ ਲੋਕ ਡਿੱਗੇ ਸੀ ਜਹਾਜ਼ ਦੇ ਵਿੱਚੋਂ। ਸੋ ਇਹਨਾਂ ਤਸਵੀਰਾਂ ਨੂੰ ਦੇਖ ਕੇ ਇੱਕ ਤਰੀਕੇ ਨਾਲ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਿੰਨਾ ਖੌਫ, ਕਿੰਨਾ ਡਰ ਇਹਨਾਂ ਲੋਕਾਂ ਦੇ ਅੰਦਰ ਹੋਏਗਾ ਉੱਥੋਂ ਬਚ ਕੇ ਨਿਕਲਣ ਦਾ, ਜਿਸ ਦੇ ਚੱਲਦੇ ਜਾਂ ਤਾਂ ਜਹਾਜ਼ ਦੇ ਵਿੱਚ ਭੀੜ ਇੰਨੀ ਹੋ ਗਈ ਜਾਂ ਫਿਰ ਇਹ ਲੋਕ ਜਹਾਜ਼ ਦੇ ਨਾਲ ਲਟਕ ਗਏ। ਕਿਉਂਕਿ ਐਸੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਜਦੋਂ ਜਹਾਜ਼ ਚੱਲ ਰਿਹਾ ਸੀ ਤਾਂ ਲੋਕ ਨਾਲ ਭੱਜਦੇ ਨਜ਼ਰ ਆਏ ਸੀ ਕੁਝ ਉਸ ਚੱਲਦੇ ਜਹਾਜ਼ ਦੇ ਨਾਲ। ਸੋ ਇਹ ਹੋ ਸਕਦਾ ਹੈ ਕਿ ਕੁਝ ਲੋਕ ਜਹਾਜ਼ ਦੇ ਨਾਲ ਲਟਕ ਗਏ ਹੋਣ ਔਰ ਜਦੋਂ ਜਹਾਜ਼ ਉਚਾਈ ਤੇ ਪਹੁੰਚਿਆ ਤਾਂ ਉਹਨਾਂ ਦੇ ਹੱਥ ਛੁੱਟ ਗਏ ਤੇ ਉਸ ਤੋਂ ਬਾਅਦ ਇਹ ਲੋਕ ਜਹਾਜ਼ ਤੋਂ ਥੱਲੇ ਡਿੱਗ ਪਏ। ਇਹ ਤਸਵੀਰਾਂ ਨੇ ਨਜ਼ਰ ਆ ਰਹੀਆਂ ਨੇ ਜਿਨ੍ਹਾਂ ਲੋਕਾਂ ਦੇ ਘਰ ਤੇ ਇਹ ਡਿੱਗੇ ਨੇ ਵਿਅਕਤੀ। ਸੋ ਆਪਣੇ ਆਪ ਦੇ ਵਿੱਚ ਇਹ ਬੇहद ਪਰੇਸ਼ਾਨ ਕਰਨ ਵਾਲੀਆਂ, ਬੇहद ਦਿਲ ਦਹਿਲਾਉਣ ਵਾਲੀਆਂ ਤਸਵੀਰਾਂ ਨੇ ਕਿ ਕਾਬੁਲ 에ਅਰਪੋਰਟ ਤੇ ਜਿਸ ਤਰੀਕੇ ਨਾਲ ਭੀੜ ਲੱਗੀ ਸੀ ਔਰ ਲੋਕ ਫਟਾਫਟ ਉੱਥੋਂ ਨਿਕਲਣ ਲਈ ਕਾਹਲੇ ਸੀ। ਧੱਕਾ ਮੁੱਕੀ ਵਰਗਾ ਮਾਹੌਲ ਸੀ। ਕਾਬੁਲ 에ਅਰਪੋਰਟ ਨਾ ਹੋ ਕੇ ਉਹ ਇੱਕ ਰੇਲਵੇ ਸਟੇਸ਼ਨ ਲੱਗ ਰਿਹਾ ਸੀ, ਇੰਨੀ ਜ਼ਿਆਦਾ ਭੀੜ ਉੱਥੇ ਨਜ਼ਰ ਆ ਰਹੀ ਸੀ। ਤੇ ਜਹਾਜ਼ ਤੋਂ 2 ਲੋਕ ਜਦੋਂ ਥੱਲੇ ਡਿੱਗੇ ਨੇ ਉਸ ਵੇਲੇ ਦੀ ਇਹ ਮੋਬਾਈਲ 'ਚ ਕੈਪਚਰ ਹੋਈਆਂ ਤਸਵੀਰਾਂ ਨੇ। ਸ਼ੈਲੇਂਦਰ ਵਾਂਗੂ ਸਾਡੇ ਸਹਿਯੋਗੀ ਜੁੜੇ ਨੇ ਫੋਨ ਲਾਈਨ ਤੇ ਹੋਰ ਜਾਣਕਾਰੀ ਦੇ ਲਈ। ਸ਼ੈਲੇਂਦਰ, ਬੇहद ਜਿਹੜੀਆਂ ਨੇ ਦਿਲ ਦਹਿਲਾਉਣ ਵਾਲੀਆਂ ਤਸਵੀਰਾਂ ਇਸ ਨੂੰ ਕਹਿ ਸਕਦੇ ਹਾਂ, ਬੇहद ਪਰੇਸ਼ਾਨ ਕਰਨ ਵਾਲੀਆਂ ਤਸਵੀਰਾਂ ਇਸ ਨੂੰ ਕਿਹਾ ਜਾ ਸਕਦਾ ਹੈ। ਕੀ ਜਾਣਕਾਰੀ ਮਿਲ ਪਾਈ है कि ये लोग जहाज ਦੇ ਨਾਲ ਲਮਕ ਗਏ ਸੀ ਜਾਂ जहाज ਦੇ अंदरों गिरे ने ज्यादा भीड़ होने करके? देखिए, आपको बता दें कि सबसे अहम बात ये समझने वाली है कि इस वक्त काबुल एयरपोर्ट जो है वहां पर लिमिटेड फ्लाइट्स चल रही हैं, वहां पर कमर्शियल फ्लाइट्स बंद हो चुकी हैं। इसी बीच तालिबान के कब्जे के बाद वहां पर लोग घबराए हुए हैं और देश छोड़ना चाहते हैं। कल रात से ही वहां पर एयरपोर्ट पर अफरा तफरी का माहौल है क्योंकि अफगान जो सिक्योरिटी फोर्सेज हैं वो अपने बंकर छोड़ के भाग चुके हैं। अफगानिस्तान के राष्ट्रपति भी भाग चुके हैं, उनके तमाम सलाहकार भी देश छोड़ के जा चुके हैं। तो ऐसे में जो सिविलियन है, जो आम नागरिक है अफगानिस्तान में, वो बहुत परेशान है और वो देश छोड़ना चाहता है क्योंकि एक बार फिर तालिबान का अगर वहां पर रूल होता है तो हर कोई जानता है कि उनका रूल किस तरह का रहा है। तो जो तस्वीरें इस फिल्म से आप देख पा रहे हैं वो अफरा तफरी का माहौल है, घबराहट है, लोगों के बीच में डर है। जहां पर वो एक यूएस मिलिट्री के एयरक्राफ्ट पर जबरन लटक कर उन्होंने ट्रेवल करने की कोशिश की। हमने ये भी देखा है कि जो टेक ऑफ के टाइम में भी लोग आसपास में भाग रहे हैं प्लेन के, किसी भी तरह वो प्लेन पर चढ़ने की कोशिश कर रहे हैं। लेकिन आपको ये बता दें कि अमेरिकन फोर्सेज इस वक्त वहां से वापस लौट रही हैं, उनके लिए विशेष विमान भेजे गए हैं। अमेरिकन फोर्सेज के कंट्रोल में ही इस वक्त अफगानिस्तान का एयरपोर्ट है ताकि वहां से सुरक्षित वो अपने फोर्सेज को, अपने डिप्लोमेट्स को, अपने नागरिकों को वहां से सुरक्षित निकाल सके। लेकिन इस कोशिश में जो लोग वहां से निकलना चाहते हैं वो जबरन एयरक्राफ्ट पर चढ़ने की कोशिश कर रहे हैं। कुछ ऐसी तस्वीरें भी सामने को आई कि वो जो विंग होती है विमान की उस पर बैठकर यात्रा करने की कोशिश कर रहे हैं और माना यही जा रहा है। जो आई विटनेसेस वहां पर हैं, जो चश्मदीद है जिन्होंने ये वीडियोज साझा किए हैं, उनका ये मानना है कि जो पंखों पर ट्रेवल कर रहे थे वहां पर एक हाइट अचीव करने के बाद वो वहां पर नहीं टिक पाए और वो वहां से नीचे गिर गए, जिसमें करीब 3 लोगों की मौत बताया जा रहा है कि 3 लोगों की मौत हुई है जो बड़ी बिल्डिंग्स की छत पर जाके आ गिरे हैं सीधा विमान से। तो अपने आप में बहुत बड़ी ह्यूमन ट्रेजेडी है ये। एक बार फिर पूरी दुनिया के सामने ये है कि किस तरह से तालिबान का कब्जा एक बार फिर अफगानिस्तान पे हुआ और लोगों में जो दहशत है उनको वहां से निकालने के लिए उनके पास। तो शैलेंद्र, अभी फ्लाइट्स को लेकर क्या स्टेटस है? क्या फ्लाइट्स का कुछ चलने का कुछ पता चल पाया है या अभी बंद है सारी? देखिए, फिलहाल जो नोटम जारी किया गया था अफगानिस्तान एविएशन की तरफ से, जिसमें साफ किया गया है कि जो सिविल फ्लाइट्स है उनको बंद कर दिया गया है। सिविल पोर्शन जो है एयरपोर्ट का उसको बंद कर दिया गया है। वहां पे सिर्फ
एयरफोर्स का और मिलिट्री ऑपरेशन के लिए जो पोर्शन यूज होता है एयरपोर्ट का, वही इस वक्त चल रहा है। आपको ये भी बता दें कि बहुत से भारतीय भी इस वक्त वहां काबुल में मौजूद हैं, उनके वापस लौटने के लिए भी लगातार कदम उठाए जा रहे हैं। और आपको ये भी याद दिला दें कि भारतीय दूतावास ने अब से कुछ दिन पहले करीब 4 एडवाइजरी जारी की थी और सभी भारतीयों से कहा था कि अफगानिस्तान में हालात दिन ब दिन बदल रहे हैं और वहां पर एयर कनेक्टिविटी खत्म हो सकती है, इसलिए मौजूदा फ्लाइट से सभी भारतीय वापस लौटें। लेकिन उसको भी बहुत से भारतीयों ने गंभीरता से नहीं लिया है। लेकिन अब फिलहाल कोशिश जारी है कि जो तमाम भारतीय वहां फंसे हुए हैं, जो अल्पसंख्यक समुदाय माइनॉरिटीज के लोग जो है, करीब 200 सिख भी है वहां पे हैं, जो फंसे हुए हैं, उनको वापस भारत लाने के लिए भी लगातार कोशिश की जा रही है। हालांकि इसमें डिटेल्स ऑफिशियल नहीं की जा रही है क्योंकि ये बहुत सेंसिटिव मामला है, लेकिन सभी नागरिकों की सुरक्षा के लिए लगातार भारत सरकार कदम उठा रही है। शुक्रिया शैलेंद्र इस पूरी जानकारी ਦੇ ਲਈ। ਤਾਂ ਇਹ ਤਰਾਸਦੀ ਭਰੀਆਂ ਤਸਵੀਰਾਂ ਨੇ ਜਿਸ ਬਾਰੇ ਸ਼ੈਲੇਂਦਰ ਵਾਂਗੂ ਸਾਡੇ ਸਹਿਯੋਗੀ ਜਾਣਕਾਰੀ ਦੇ ਰਹੇ ਸੀ ਕਿ ਜਹਾਜ਼ ਦੇ ਫੰਗਾਂ ਦੇ ਉੱਪਰ ਬੈਠ ਕੇ ਫਲਾਈ ਕਰਨ ਦੀ, ਉੱਤੇ ਬੈਠ ਕੇ ਜਾਣ ਦੀ ਕੋਸ਼ਿਸ਼ ਦੇ ਵਿੱਚ ਇਹ ਲੋਕ ਸੀ ਔਰ ਜਦੋਂ ਇੱਕ ਉਚਾਈ ਤੇ ਜਹਾਜ਼ ਪਹੁੰਚਦਾ ਜਿੱਥੇ ਇਹ ਸਟੇਬਲ ਨਹੀਂ ਰਹਿ ਸਕੇ, ਜਿੱਥੇ ਹਵਾ ਦਾ ਦਬਾਅ ਜਿਹੜਾ ਸੀ ਉਹ ਘਟ ਜਾਂਦਾ ਤਾਂ ਉੱਥੇ ਜਾ ਕੇ ਇਹ ਉੱਥੋਂ ਸਲਿੱਪ ਕੀਤੇ ਥੱਲੇ ਡਿੱਗੇ ਔਰ ਬਿਲਡਿੰਗ ਦੀਆਂ ਛੱਤਾਂ ਤੇ ਆ ਕੇ ਡਿੱਗੇ। ਉਸ ਵੇਲੇ ਦੀ ਇਹ ਮੋਬਾਈਲ ਵੀਡੀਓ ਹੈ ਜਿਹੜੀ ਉੱਥੇ ਮੌਜੂਦ ਲੋਕਾਂ ਨੇ ਕੈਪਚਰ ਕੀਤੀ। ਤਾਂ ਇਹਨਾਂ ਤਸਵੀਰਾਂ ਨੂੰ ਦੇਖ ਕੇ ਇੱਕ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਕਿਸ ਤਰੀਕੇ ਦਾ ਅਫਰਾ ਤਫਰੀ ਦਾ ਮਾਹੌਲ ਉੱਥੇ ਹੋਏਗਾ ਕਿ ਉਹਨਾਂ ਲੋਕਾਂ ਦਾ ਇੰਨਾ ਵੀ ਦਿਮਾਗ ਕੰਮ ਕਰਨੋਂ ਹਟ ਗਿਆ ਕਿ ਉਹ ਜਹਾਜ਼ ਦੇ ਉੱਤੇ ਬੈਠ ਕੇ ਉਸਦੇ ਫੰਗਾਂ ਤੇ ਬੈਠ ਕੇ ਸਫ਼ਰ ਕਰ ਸਕਦੇ ਨੇ। ਸੋ ਇੰਨਾ ਰਿਸਕ ਜਿਨ੍ਹਾਂ ਲੋਕਾਂ ਨੇ ਲਿਆ ਔਰ ਉਹਨਾਂ ਦੀ ਜਾਨ ਚਲੀ ਗਈ। 3 ਮੌਤਾਂ ਦੱਸਿਆ ਜਾ ਰਿਹਾ ਕਿ 3 ਵਿਅਕਤੀ ਸੀ ਜਿਹੜੇ ਡਿੱਗੇ ਨੇ ਔਰ 3 ਦੀ ਮੌਤ ਹੋ ਗਈ ਹੈ, ਜਿਹੜੇ ਬਿਲਡਿੰਗਾਂ ਦੀਆਂ ਛੱਤਾਂ ਤੇ ਡਿੱਗੇ, ਜਿਹੜੀਆਂ 에ਅਰਪੋਰਟ ਦੇ ਆਸ-ਪਾਸ ਬਿਲਡਿੰਗਾਂ ਸੀ ਜਦੋਂ ਜਹਾਜ਼ ਉਚਾਈ ਤੇ ਜਾ ਰਿਹਾ ਸੀ, ਜਦੋਂ ਫਲਾਈ ਕਰ ਰਿਹਾ ਸੀ। ਸੋ ਉਸ ਮੌਕੇ ਦੀਆਂ ਇਹ ਪਰੇਸ਼ਾਨ ਕਰਨ ਵਾਲੀਆਂ ਤਸਵੀਰਾਂ ਨੇ। ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਉੱਥੇ ਮਾਹੌਲ ਕਿੱਦਾਂ ਦਾ ਹੋਏਗਾ, ਡਰ ਲੋਕਾਂ ਦੇ ਮਨਾਂ 'ਚ ਕਿੰਨਾ ਹੋਏਗਾ, ਖੌਫ ਕਿੰਨਾ ਹੋਏਗਾ ਤਾਲਿਬਾਨ ਦਾ ਕਿ ਲੋਕ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਇਸ ਤਰੀਕੇ ਨਾਲ ਉਸ ਦੇਸ਼ 'ਚੋਂ, ਉਸ ਜਗ੍ਹਾ ਤੋਂ ਨਿਕਲਣਾ ਚਾਹ ਰਹੇ ਨੇ। ਤਾਂ ਕਈ ਜਿਹੜੇ ਘੱਟ ਗਿਣਤੀ ਲੋਕ ਨੇ ਉਹ ਵੀ ਫਸੇ ਹੋਏ ਨੇ ਜਿਨ੍ਹਾਂ ਨੂੰ ਲੈ ਕੇ ਕੋਸ਼ਿਸ਼ਾਂ ਜਾਰੀ ਨੇ। ਜਿਵੇਂ ਸਾਡੇ ਸਹਿਯੋਗੀ ਸ਼ੈਲੇਂਦਰ ਵਾਂਗੂ ਦੱਸ ਰਹੇ ਸੀ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕੀਤਾ ਹੈ ਕਿਸ ਬਾਬਤ ਔਰ ਉਹਨਾਂ ਨੇ ਵਿਦੇਸ਼ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਅਫਗਾਨਿਸਤਾਨ ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਉੱਥੇ ਫਸੇ 200 ਸਿੱਖਾਂ ਸਣੇ तमाम ਭਾਰਤੀਆਂ ਨੂੰ ਸੁਰੱਖਿਅਤ ਬਾਹਰ ਕੱਢਣ ਦੇ ਉਪਰਾਲੇ ਕੀਤੇ ਜਾਣ। ਸਾਡੀ ਸਰਕਾਰ ਹਰ ਸੰਭਵ ਮਦਦ ਲਈ ਤਿਆਰ ਹੈ। ਇਹ ਕੈਪਟਨ ਅਮਰਿੰਦਰ ਸਿੰਘ ਵੱਲੋਂ ਟਵੀਟ ਕੀਤਾ ਗਿਆ। ਕੇਂਦਰ ਸਰਕਾਰ ਨੂੰ ਕਹਿ ਰਹੇ ਨੇ, ਕੇਂਦਰੀ ਵਿਦੇਸ਼ ਮੰਤਰਾਲੇ ਨੂੰ, ਕਿ ਕਿਸੇ ਤਰੀਕੇ ਵੀ ਜਿਹੜੇ ਭਾਰਤੀ ਫਸੇ ਹੋਏ ਨੇ ਜਾਂ ਸਿੱਖ ਪਰਿਵਾਰ ਜਿਹੜੇ ਉੱਥੇ ਫਸੇ ਹੋਏ ਨੇ ਉਹਨਾਂ ਨੂੰ ਜਲਦ ਤੋਂ ਜਲਦ ਉੱਥੋਂ ਕੱਢਿਆ ਜਾਵੇ। ਸੋ ਕਈ ਸਿੱਖ ਫੈਮਲੀਜ਼ ਅਫਗਾਨਿਸਤਾਨ ਦੇ ਵਿੱਚ ਫਸੀਆਂ ਹੋਈਆਂ ਨੇ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿਰਸਾ ਨੇ ਕਿਹਾ ਕਿ ਉਹ ਲਗਾਤਾਰ ਸਿੱਖ ਪਰਿਵਾਰਾਂ ਦੇ ਸੰਪਰਕ 'ਚ ਨੇ। ਉਹਨਾਂ ਕਿਹਾ ਕਿ ਤਾਲਿਬਾਨੀਆਂ ਨੇ ਭਰੋਸਾ ਦਿਵਾਇਆ ਹੈ ਕਿ ਸਿੱਖ ਪਰਿਵਾਰਾਂ ਨੂੰ ਕਿਸੇ तरह ਦਾ कोई नुकसान नहीं पहुंचेगा। अफगानिस्तान में तालिबान के आने के बाद जो हमारे सिख भाई गजनी में थे, जलालाबाद में थे, वो सब लोगों ने काबुल गुरुद्वारे में शरण ले रखी है। इसमें कुल 320 लोग हैं, जिनमें से 50 हिंदू परिवार हैं, बाकी सिख हैं। ये सब महफूज हैं और गुरुद्वारे के अंदर ही सब लोग हैं। अभी कुछ पल पहले ही वहाँ के लोकल तालिबान लीडर्स हैं, उन्होंने गुरुद्वारे को विज़िट किया, हमारे प्रधान जी के साथ बैठकर चर्चा की और उनको ये आश्वासन दिलाया कि आपको घबराने की ज़रूरत नहीं, आपकी सुरक्षा की हम जिम्मेवारी लेते हैं। हमें पूरा यकीन है गुरु साहब कृपा करेंगे और हमारे परिवार वहाँ पे सुरक्षित रहेंगे। ये कुछ ही देर पहले की घटनाक्रम है जब लोकल तालिबान लीडरों ने गुरुद्वारे में विजिट किया और जाकर हमारे लोगों से बातचीत करके उनको आश्वासन दिलाया।